ਦ ਸੀਕ੍ਰੇਟ ਪੰਜਾਬੀ ਆਡੀਓ ਬੁੱਕ ਭਾਗ ਦੂਜਾ ਰਹੱਸ ਦਾ ਸੌਖਾਕਰਨ। ਮਾਈਕਲ ਬਰਨਾਲਡ ਬੈਕਵਿਥ। ਅਸੀਂ ਜਿਸ ਬ੍ਰਹਿਮੰਡ 'ਚ ਰਹਿੰਦੇ ਹਾਂ ਉਸ ਵਿੱਚ ਗੁਰਤਾ ਵਰਗੇ ਅਤੁੱਟ ਨਿਯਮ ਕੰਮ ਕਰਦੇ ਹਨ। ਜੇਕਰ ਤੁਸੀਂ ਕਿਸੇ ਇਮਾਰਤ ਤੋਂ ਹੇਠਾਂ ਡਿੱਗਦੇ ਹੋ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਚੰਗੇ ਇਨਸਾਨ ਹੋ ਜਾਂ ਮਾੜੇ, ਤੁਸੀਂ ਜ਼ਮੀਨ ਨਾਲ ਜ਼ਰੂਰ ਟਕਰਾਓਗੇ। ਆਕਰਸ਼ਣ ਦਾ ਨਿਯਮ ਪ੍ਰਕਿਰਤੀ ਦਾ ਨਿਯਮ ਹੈ। ਇਹ ਗੁਰਤਾ ਦੇ ਨਿਯਮ ਜਿੰਨਾ ਹੀ ਨਿਰਪੱਖ ਤੇ ਸਰਵਵਿਆਪੀ ਹੈ, ਇਹ ਨਿਸ਼ਚਿਤ ਤੇ ਅਚੂਕ ਹੈ। ਡਾਕਟਰ ਜ਼ੋਏ ਵਿਟਾਲ। ਇਸ ਵੇਲੇ ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜ਼ਾਂ ਹਨ ਉਹਨਾਂ ਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਇਹਨਾਂ 'ਚ ਉਹ ਚੀਜ਼ਾਂ ਵੀ ਸ਼ਾਮਲ ਹਨ ਜਿਨ੍ਹਾਂ ਬਾਰੇ ਤੁਸੀਂ ਪਰੇਸ਼ਾਨ ਜਾਂ ਦੁਖੀ ਹੋ। ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਗੱਲ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਹੋਵੇਗੀ। ਤੁਸੀਂ ਫੌਰਨ ਕਹਿ ਸਕਦੇ ਹੋ, ਮੈਂ ਉਸ ਕਾਰ ਐਕਸੀਡੈਂਟ ਨੂੰ ਆਕਰਸ਼ਿਤ ਨਹੀਂ ਸੀ ਕੀਤਾ, ਮੈਂ ਉਸ ਗ੍ਰਾਹਕ ਨੂੰ ਆਕਰਸ਼ਿਤ ਨਹੀਂ ਕੀਤਾ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ, ਮੈਂ ਕਰਜ਼ੇ ਦੇ ਪਹਾੜ ਨੂੰ ਆਕਰਸ਼ਿਤ ਨਹੀਂ ਕੀਤਾ ਸੀ। ਮੈਂ ਇੱਥੇ ਤੁਹਾਡੀ ਗੱਲ ਨੂੰ ਕੱਟਣੀ ਚਾਹਾਂਗਾ। ਹਾਂ, ਤੁਸੀਂ ਇਹਨਾਂ ਚੀਜ਼ਾਂ ਨੂੰ ਆਕਰਸ਼ਿਤ ਕੀਤਾ ਸੀ। ਇਸ ਸਿਧਾਂਤ ਨੂੰ ਸਮਝਣਾ ਬੜਾ ਮੁਸ਼ਕਿਲ ਹੈ, ਲੇਕਿਨ ਇੱਕ ਵਾਰੀ ਜਦੋਂ ਤੁਸੀਂ ਇਸ ਨੂੰ ਸਵੀਕਾਰ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ। ਆਮ ਕਰਕੇ ਜਦੋਂ ਲੋਕ ਰਹੱਸ ਦੇ ਇਸ ਹਿੱਸੇ ਨੂੰ ਪਹਿਲੀ ਵਾਰ ਸੁਣਦੇ ਹਨ ਤਾਂ ਉਹਨਾਂ ਨੂੰ ਇਤਿਹਾਸ ਦੀਆਂ ਇਹੋ ਜਿਹੀਆਂ ਘਟਨਾਵਾਂ ਯਾਦ ਆ ਜਾਂਦੀਆਂ ਹਨ ਜਿਨ੍ਹਾਂ 'ਚ ਬਹੁਤ ਸਾਰੇ ਲੋਕ ਇੱਕੋ ਵੇਲੇ ਮਰੇ ਸਨ। ਉਹਨਾਂ ਨੂੰ ਇਹ ਸਮਝਣ ਵਿੱਚ ਮੁਸ਼ਕਿਲ ਹੁੰਦੀ ਹੈ ਕਿ ਇੰਨੇ ਸਾਰੇ ਲੋਕ ਆਪਣੇ ਆਪ ਉਸ ਖਾਸ ਘਟਨਾ ਪ੍ਰਤੀ ਕਿਵੇਂ ਆਕਰਸ਼ਿਤ ਕਰ ਸਕਦੇ ਹਨ। ਲੇਕਿਨ ਆਕਰਸ਼ਣ ਦੇ ਨਿਯਮ ਮੁਤਾਬਿਕ ਉਹ ਯਕੀਨਨ ਘਟਨਾ ਦੀ ਫ੍ਰੀਕੁਐਂਸੀ ਤੇ ਹੀ ਰਹੇ ਹੋਣਗੇ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹਨਾਂ ਨੇ ਉਸ ਨਿਸ਼ਚਿਤ ਦੁਰਘਟਨਾ ਬਾਰੇ ਸੋਚਿਆ ਹੋਵੇਗਾ, ਲੇਕਿਨ ਉਹਨਾਂ ਦੇ ਵਿਚਾਰਾਂ ਦੀ ਫ੍ਰੀਕੁਐਂਸੀ ਉਸ ਘਟਨਾ ਦੀ ਫ੍ਰੀਕੁਐਂਸੀ ਨਾਲ ਮੇਲ ਖਾਂਦੀ ਹੋਵੇਗੀ। ਜੇਕਰ ਲੋਕਾਂ ਨੂੰ ਇਹ ਯਕੀਨ ਹੋਵੇ ਕਿ ਉਹ ਗਲਤ ਸਮੇਂ ਤੇ ਗਲਤ ਥਾਂ ਹੋ ਸਕਦੇ ਹਨ ਅਤੇ ਉਹਨਾਂ ਦਾ ਬਾਹਰਲੀ ਪਰਿਸਥਿਤੀਆਂ ਜਾਂ ਹਾਲਾਤਾਂ ਤੇ ਕੋਈ ਕਾਬੂ ਨਹੀਂ ਹੈ, ਤਾਂ ਡਰ, ਵੱਖਰਾਪਨ, ਕਮਜ਼ੋਰੀ ਦੇ ਨਿਰੰਤਰ ਵਿਚਾਰ ਉਹਨਾਂ ਨੂੰ ਗਲਤ ਸਮੇਂ ਤੇ ਗਲਤ ਥਾਂ ਰਹਿਣ ਲਈ ਆਕਰਸ਼ਿਤ ਕਰ ਸਕਦੇ ਹਨ। ਤੁਸੀਂ ਇਸੇ ਵੇਲੇ ਵਿਕਲਪ ਚੁਣ ਸਕਦੇ ਹੋ ਕਿ ਤੁਸੀਂ ਇਹ ਯਕੀਨ ਕਰਨਾ ਚਾਹੁੰਦੇ ਹੋ ਕਿ ਇਹ ਤਾਂ ਸਿਰਫ ਕਿਸਮਤ ਦੀ ਗੱਲ ਹੈ ਅਤੇ ਤੁਹਾਡੇ ਨਾਲ ਮਾੜੀਆਂ ਘਟਨਾਵਾਂ ਕਿਸੇ ਵੇਲੇ ਵੀ ਹੋ ਸਕਦੀਆਂ ਹਨ। ਕੀ ਤੁਸੀਂ ਇਹ ਯਕੀਨ ਕਰਨਾ ਚਾਹੁੰਦੇ ਹੋ ਕਿ ਤੁਸੀਂ ਗਲਤ ਸਮੇਂ ਤੇ ਗਲਤ ਜਗ੍ਹਾ ਤੇ ਹੋ ਸਕਦੇ ਹੋ, ਕਿ ਤੁਹਾਡਾ ਹਾਲਾਤਾਂ ਉੱਤੇ ਕੋਈ ਕੰਟਰੋਲ ਨਹੀਂ ਹੈ? ਜਾਂ ਤੁਸੀਂ ਇਹ ਯਕੀਨ ਕਰਨਾ ਚਾਹੁੰਦੇ ਹੋ ਕਿ ਤੁਹਾਡੀ ਤਕਦੀਰ ਤੁਹਾਡੇ ਹੱਥਾਂ 'ਚ ਹੈ ਅਤੇ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਚੰਗੀਆਂ ਚੀਜ਼ਾਂ ਹੀ ਆ ਸਕਦੀਆਂ ਹਨ ਕਿਉਂਕਿ ਤੁਸੀਂ ਉਹਨਾਂ ਬਾਰੇ ਸੋਚਦੇ ਹੋ? ਤੁਹਾਡੇ ਕੋਲ ਵਿਕਲਪ ਮੌਜੂਦ ਹਨ ਅਤੇ ਤੁਸੀਂ ਜੋ ਸੋਚਣ ਦੀ ਚੋਣ ਕਰੋਗੇ ਉਹੀ ਤੁਹਾਡੇ ਜੀਵਨ ਦਾ ਅਨੁਭਵ ਬਣ ਜਾਵੇਗਾ। ਕੋਈ ਵੀ ਚੀਜ਼ ਤੁਹਾਡੇ ਕੋਲ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਤੱਕ ਕਿ ਤੁਸੀਂ ਲਗਾਤਾਰ ਸੋਚ ਕੇ ਉਸ ਨੂੰ ਆਪਣੇ ਕੋਲ ਨਾ ਬੁਲਾਓ। ਬੌਬ ਡੋਇਲ। ਸਾਡੇ 'ਚੋਂ ਜ਼ਿਆਦਾਤਰ ਲੋਕ ਬਿਨਾਂ ਸੋਚੇ ਸਮਝੇ ਘਟਨਾਵਾਂ ਨੂੰ ਆਕਰਸ਼ਿਤ ਕਰਦੇ ਹਨ। ਅਸੀਂ ਸੋਚਦੇ ਹਾਂ ਕਿ ਸਾਡਾ ਇਸ ਤੇ ਕੋਈ ਕੰਟਰੋਲ ਨਹੀਂ ਹੈ। ਸਾਡੇ ਵਿਚਾਰ ਅਤੇ ਭਾਵਨਾਵਾਂ ਸਾਡੀ ਜਾਣਕਾਰੀ ਦੇ ਬਿਨਾਂ ਸਾਨੂੰ ਰਾਹ ਦਿਖਾਉਂਦੇ ਹਨ ਤੇ ਹਰ ਚੀਜ਼ ਸਾਡੇ ਵੱਲ ਖਿੱਚੀ ਚਲੀ ਆਉਂਦੀ ਹੈ। ਕੋਈ ਵੀ ਜਾਣ ਬੁੱਝ ਕੇ ਕਦੇ ਕਿਸੇ ਅਣਚਾਹੀ ਚੀਜ਼ ਨੂੰ ਆਕਰਸ਼ਿਤ ਨਹੀਂ ਕਰੇਗਾ। ਰਹੱਸ ਜਾਣਨ ਤੋਂ ਬਾਅਦ ਤੁਸੀਂ ਇਹ ਆਸਾਨੀ ਨਾਲ ਸਮਝ ਸਕਦੇ ਹੋ ਕਿ ਤੁਹਾਡੇ ਜਾਂ ਦੂਜੇ ਲੋਕਾਂ ਦੇ ਜੀਵਨ 'ਚ ਕੁਝ ਅਣਚਾਹੀ ਚੀਜ਼ਾਂ ਹੋਈਆਂ ਹੋਣਗੀਆਂ, ਸਿਰਫ ਇਸ ਲਈ ਕਿਉਂਕਿ ਅਸੀਂ ਆਪਣੇ ਵਿਚਾਰਾਂ ਦੀ ਮਹਾਨ ਰਚਨਾਤਮਕ ਸ਼ਕਤੀ ਤੋਂ ਅਣਜਾਣ ਸੀ। ਡਾਕਟਰ ਜ਼ੋਏ ਵਿਟਾਲ। ਜੇਕਰ ਤੁਸੀਂ ਇਹ ਪਹਿਲੀ ਵਾਰ ਸੁਣ ਰਹੇ ਹੋ ਤਾਂ ਤੁਹਾਨੂੰ ਇੰਜ ਲੱਗ ਸਕਦਾ ਹੈ ਕਿ ਠੀਕ ਹੈ, ਤਾਂ ਇਸ ਦਾ ਮਤਲਬ ਹੈ ਕਿ ਮੈਨੂੰ ਆਪਣੇ ਵਿਚਾਰਾਂ ਦੀ ਨਿਗਰਾਨੀ ਕਰਨੀ ਹੋਵੇਗੀ। ਇਹ ਤਾਂ ਬੜਾ ਮੁਸ਼ਕਿਲ ਕੰਮ ਹੈ। ਇੰਜ ਪਹਿਲੀ ਵਾਰ ਲੱਗ ਸਕਦਾ ਹੈ, ਲੇਕਿਨ ਇੱਥੋਂ ਹੀ ਮਜ਼ਾ ਸ਼ੁਰੂ ਹੁੰਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਰਹੱਸ ਦੇ ਕਈ ਸ਼ਾਰਟਕਟ ਹਨ ਤੇ ਤੁਸੀਂ ਇਹੋ ਜਿਹੇ ਸ਼ਾਰਟਕਟ ਨੂੰ ਚੁਣ ਸਕਦੇ ਹੋ ਜਿਹੜਾ ਤੁਹਾਡੇ ਲਈ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦਾ ਹੈ। ਅੱਗੇ ਸੁਣਦੇ ਰਹੋ, ਤੁਹਾਨੂੰ ਇਸ ਦਾ ਤਰੀਕਾ ਸਮਝ 'ਚ ਆ ਜਾਵੇਗਾ। ਮੌਰਸੀ ਸ਼ਮੋਫ। ਲੇਖਕ, ਅੰਤਰਰਾਸ਼ਟਰੀ ਵਕਤਾ ਤੇ ਟਰਾਂਸਫਰਮੇਸ਼ਨਲ ਲੀਡਰ। ਦਿਮਾਗ 'ਚ ਆਉਣ ਵਾਲੇ ਹਰੇਕ ਵਿਚਾਰ ਦੀ ਨਿਗਰਾਨੀ ਕਰਨੀ ਅਸੰਭਵ ਹੈ। ਰਿਸਰਚ ਕਰਨ ਵਾਲੇ ਦੱਸਦੇ ਹਨ ਕਿ ਸਾਡੇ ਦਿਮਾਗ ਵਿੱਚ ਹਰ ਦਿਨ 60,000 ਵਿਚਾਰ ਆਉਂਦੇ ਹਨ। ਜੇਕਰ ਦਿਮਾਗ 'ਚ ਆਉਣ ਵਾਲੇ ਸਾਰੇ 60,000 ਵਿਚਾਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ
ਤਾਂ ਸੋਚੋ ਕਿ ਤੁਸੀਂ ਕਿੰਨਾ ਥੱਕ ਜਾਵੋਗੇ। ਖੁਸ਼ਕਿਸਮਤੀ ਨਾਲ ਇੱਕ ਜ਼ਿਆਦਾ ਸੌਖਾ ਤਰੀਕਾ ਹੈ ਭਾਵਨਾਵਾਂ। ਸਾਡੀਆਂ ਭਾਵਨਾਵਾਂ ਸਾਨੂੰ ਦੱਸ ਦਿੰਦੀਆਂ ਹਨ ਕਿ ਅਸੀਂ ਕੀ ਸੋਚ ਰਹੇ ਹਾਂ। ਭਾਵਨਾਵਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਤੁਹਾਡੀਆਂ ਭਾਵਨਾਵਾਂ ਤੁਹਾਡੇ ਜੀਵਨ ਦੇ ਨਿਰਮਾਣ 'ਚ ਤੁਹਾਡੀ ਮਦਦ ਕਰ ਸਕਦੀਆਂ ਹਨ। ਇਸ ਟੀਚੇ ਨੂੰ ਪਾਉਣ ਲਈ ਉਹਨਾਂ ਤੋਂ ਹੋਰ ਵਧੀਆ ਸਾਧਨ ਦੂਜਾ ਨਹੀਂ ਹੈ। ਤੁਹਾਡੇ ਵਿਚਾਰ ਹਰ ਘਟਨਾ ਦਾ ਮੁੱਢਲਾ ਕਾਰਨ ਹੈ। ਇਸ ਦੁਨੀਆ ਦੀ ਦਿਖਣ ਤੇ ਅਨੁਭਵ ਕੀਤੀ ਜਾਣ ਵਾਲੀ ਹਰ ਚੀਜ਼ ਨਤੀਜਾ ਹੈ ਅਤੇ ਇਸ ਵਿੱਚ ਤੁਹਾਡੀਆਂ ਭਾਵਨਾਵਾਂ ਸ਼ਾਮਿਲ ਹਨ। ਕਾਰਨ ਹਮੇਸ਼ਾ ਤੁਹਾਡੇ ਵਿਚਾਰ ਹਨ। ਬੌਬ ਡਾਇਲ। ਭਾਵਨਾਵਾਂ ਅਵਿਵਸ਼ਵਨੀ ਤੋਹਫੇ ਹਨ। ਉਹ ਸਾਨੂੰ ਦੱਸ ਦਿੰਦੀਆਂ ਹਨ ਕਿ ਅਸੀਂ ਕੀ ਸੋਚ ਰਹੇ ਹਾਂ। ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਦੱਸ ਦਿੰਦੀਆਂ ਹਨ ਕਿ ਤੁਸੀਂ ਕੀ ਸੋਚ ਰਹੇ ਹੋ। ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਹਾਡੀਆਂ ਭਾਵਨਾਵਾਂ ਅਚਨਚੇਤ ਗੋਤੇ ਖਾਣ ਲੱਗੀਆਂ ਸਨ। ਇੰਜ ਸ਼ਾਇਦ ਉਦੋਂ ਹੋਇਆ ਹੋਵੇਗਾ ਜਦੋਂ ਤੁਸੀਂ ਕੋਈ ਬੁਰੀ ਖਬਰ ਸੁਣੀ ਹੋਵੇਗੀ। ਤੁਹਾਡੇ ਢਿੱਡ ਜਾਂ ਸੋਲਰ ਪਲੈਕਸਸ 'ਚ ਅਚਨਚੇਤ ਬੁਰਾ ਅਹਿਸਾਸ ਹੋਇਆ ਸੀ। ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਇਸ਼ਾਰਾ ਭੇਜ ਦਿੰਦੀਆਂ ਹਨ ਕਿ ਤੁਸੀਂ ਕੀ ਸੋਚ ਰਹੇ ਹੋ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਇਸ ਤੇ ਗੌਰ ਕਰਨਾ ਸਿੱਖੋ। ਇਸ਼ਾਰਿਆਂ ਨੂੰ ਪੜ੍ਹਨਾ ਸਿੱਖੋ ਕਿਉਂਕਿ ਇਸੇ ਤਰੀਕੇ ਨਾਲ ਤੁਸੀਂ ਸਭ ਤੋਂ ਛੇਤੀ ਇਹ ਜਾਣ ਸਕਦੇ ਹੋ ਕਿ ਤੁਸੀਂ ਕੀ ਸੋਚ ਰਹੇ ਹੋ। ਲੀਸਾ ਨਿਕੋਲਸ। ਤੁਹਾਡੇ ਕੋਲ ਦੋ ਤਰ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ, ਚੰਗੀਆਂ ਭਾਵਨਾਵਾਂ ਤੇ ਮਾੜੀਆਂ ਭਾਵਨਾਵਾਂ। ਤੁਸੀਂ ਦੋਨਾਂ ਦੇ ਫਰਕ ਨੂੰ ਜਾਣਦੇ ਹੋ ਕਿਉਂਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ ਅਤੇ ਦੂਜੀ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਤੁਹਾਨੂੰ ਮਾੜਾ ਮਹਿਸੂਸ ਹੁੰਦਾ ਹੈ। ਡਿਪਰੈਸ਼ਨ, ਗੁੱਸਾ, ਈਰਖਾ, ਅਪਰਾਧ ਬੋਧ ਇਹੋ ਜਿਹੀਆਂ ਭਾਵਨਾਵਾਂ ਜਿਹੜੀਆਂ ਤੁਹਾਨੂੰ ਸ਼ਸ਼ਕਤ ਮਹਿਸੂਸ ਨਹੀਂ ਕਰਾਉਂਦੀਆਂ ਹਨ, ਉਹ ਮਾੜੀਆਂ ਭਾਵਨਾਵਾਂ ਹਨ। ਕੋਈ ਵੀ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਜਾਂ ਮਾੜਾ। ਸਿਰਫ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਕਿਸੇ ਵੇਲੇ ਕਿੰਜ ਮਹਿਸੂਸ ਕਰ ਰਹੇ ਹੋ। ਜੇਕਰ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤਾਂ ਬਸ ਆਪਣੇ ਆਪ ਨੂੰ ਇਹ ਪੁੱਛ ਲਵੋ, ਮੈਂ ਕਿੰਜ ਮਹਿਸੂਸ ਕਰ ਰਿਹਾ ਹਾਂ। ਤੁਸੀਂ ਦਿਨ 'ਚ ਕਈ ਵਾਰ ਇਹ ਸਵਾਲ ਪੁੱਛ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਇਸ ਬਾਰੇ ਜ਼ਿਆਦਾ ਜਾਗਰੂਕ ਹੋਵੋਗੇ ਕਿ ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ। ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਮਾੜਾ ਮਹਿਸੂਸ ਕਰਨ ਵੇਲੇ ਦਿਮਾਗ 'ਚ ਚੰਗੇ ਵਿਚਾਰ ਰੱਖਣੇ ਅਸੰਭਵ ਹੁੰਦੇ ਹਨ। ਇਹ ਗੱਲ ਤਾਂ ਨਿਯਮ ਦੇ ਖਿਲਾਫ ਹੋਵੇਗੀ ਕਿਉਂਕਿ ਤੁਹਾਡੇ ਵਿਚਾਰ ਹੀ ਤੁਹਾਡੀਆਂ ਭਾਵਨਾਵਾਂ ਨੂੰ ਪੈਦਾ ਕਰਦੇ ਹਨ। ਜੇਕਰ ਤੁਸੀਂ ਬੁਰਾ ਮਹਿਸੂਸ ਕਰ ਰਹੇ ਹੋ ਤਾਂ ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਤੁਸੀਂ ਇਹੋ ਜਿਹੇ ਵਿਚਾਰ ਸੋਚ ਰਹੇ ਹੋ ਜਿਹੜੇ ਤੁਹਾਨੂੰ ਬੁਰਾ ਮਹਿਸੂਸ ਕਰਾ ਰਹੇ ਹਨ। ਤੁਹਾਡੇ ਵਿਚਾਰ ਤੁਹਾਡੀ ਫ੍ਰੀਕੁਐਂਸੀ ਤੈਅ ਕਰਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਤੁਰੰਤ ਦੱਸ ਦਿੰਦੀਆਂ ਹਨ ਕਿ ਤੁਸੀਂ ਕਿਸ ਫ੍ਰੀਕੁਐਂਸੀ ਤੇ ਹੋ। ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਮਾੜੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਨ ਦੀ ਫ੍ਰੀਕੁਐਂਸੀ ਤੇ ਹੋ। ਆਕਰਸ਼ਣ ਦਾ ਨਿਯਮ ਹਮੇਸ਼ਾ ਪ੍ਰਤੀਕਿਰਿਆ ਕਰੇਗਾ ਅਤੇ ਮਾੜੀਆਂ ਚੀਜ਼ਾਂ ਦੀਆਂ ਜ਼ਿਆਦਾ ਤਸਵੀਰਾਂ ਤੁਹਾਡੇ ਜੀਵਨ 'ਚ ਲਿਆਵੇਗਾ ਜਿਸ ਨਾਲ ਤੁਸੀਂ ਮਾੜਾ ਮਹਿਸੂਸ ਕਰੋਗੇ। ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਅਤੇ ਆਪਣੇ ਵਿਚਾਰਾਂ ਨੂੰ ਬਦਲਣ ਜਾਂ ਬਿਹਤਰ ਮਹਿਸੂਸ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਤਾਂ ਤੁਸੀਂ ਦਰਅਸਲ ਕਹਿ ਰਹੇ ਹੁੰਦੇ ਹੋ, ਮੇਰੇ ਜੀਵਨ 'ਚ ਇਹੋ ਜਿਹੀਆਂ ਹੋਰ ਜ਼ਿਆਦਾ ਪ੍ਰਸਥਿਤੀਆਂ ਲਿਆਵੋ ਜਿਸ ਨਾਲ ਮੈਨੂੰ ਮਾੜਾ ਮਹਿਸੂਸ ਹੋਵੇ, ਉਹਨਾਂ ਨੂੰ ਲਿਆਵੋ। ਲੀਸਾ ਨਿਕੋਲਸ। ਇਸ ਦਾ ਦੂਜਾ ਪਹਿਲੂ ਇਹ ਹੈ ਕਿ ਤੁਹਾਡੇ ਕੋਲ ਚੰਗੇ ਭਾਵ ਤੇ ਭਾਵਨਾਵਾਂ ਵੀ ਹਨ। ਤੁਹਾਨੂੰ ਇਹਨਾਂ ਦੇ ਆਉਣ ਦਾ ਪਤਾ ਚੱਲ ਜਾਂਦਾ ਹੈ ਕਿਉਂਕਿ ਇਹਨਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਉਤਸ਼ਾਹ, ਖੁਸ਼ੀ, ਸ਼ੁਕਰਗੁਜ਼ਾਰੀ, ਪ੍ਰੇਮ। ਕਾਸ਼ ਅਸੀਂ ਹਰ ਦਿਨ ਇਹੀ ਮਹਿਸੂਸ ਕਰ ਸਕੀਏ। ਜਦੋਂ ਤੁਸੀਂ ਚੰਗੀਆਂ ਭਾਵਨਾਵਾਂ ਦਾ ਜਸ਼ਨ ਮਨਾਉਂਦੇ ਹੋ ਤਾਂ ਤੁਸੀਂ ਆਪਣੇ ਵੱਲ ਹੋਰ ਜ਼ਿਆਦਾ ਚੰਗੀਆਂ ਭਾਵਨਾਵਾਂ ਤੇ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਬੌਬ ਡਾਇਲ। ਇਹ ਸੱਚੀ ਬਹੁਤ ਸੌਖਾ ਹੈ। ਮੈਂ ਇਸ ਵਕਤ ਆਪਣੇ ਵੱਲ ਕਿਸ ਨੂੰ ਆਕਰਸ਼ਿਤ ਕਰ ਰਿਹਾ ਹਾਂ। ਹੁਣ ਦੱਸੋ ਤੁਸੀਂ ਕਿੰਜ ਮਹਿਸੂਸ ਕਰਦੇ ਹੋ। ਮੈਂ ਚੰਗਾ ਮਹਿਸੂਸ ਕਰਦਾ ਹਾਂ। ਬੜੀ ਵਧੀਆ ਗੱਲ ਹੈ, ਇੰਜ ਹੀ ਮਹਿਸੂਸ ਕਰਦੇ ਰਹੋ। ਚੰਗਾ ਮਹਿਸੂਸ ਕਰਨ ਵੇਲੇ ਨਕਾਰਾਤਮਕ ਵਿਚਾਰ ਸੋਚਣੇ ਅਸੰਭਵ ਹਨ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਇੰਜ ਇਸ ਲਈ ਹੈ ਕਿਉਂਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਦੇਖੋ ਤੁਸੀਂ ਜੀਵਨ 'ਚ ਜੋ ਚਾਹੇ ਉਹ ਪਾ ਸਕਦੇ ਹੋ। ਇਸ ਦੀ ਕੋਈ ਹੱਦ ਨਹੀਂ ਹੈ, ਸਿਰਫ ਇੱਕ ਪੇਚ ਹੈ। ਤੁਹਾਨੂੰ ਚੰਗਾ ਮਹਿਸੂਸ ਕਰਨਾ ਹੋਵੇਗਾ। ਜਰਾ ਸੋਚੋ, ਦਰਅਸਲ ਤੁਸੀਂ ਇਹੀ ਤਾਂ ਚਾਹੁੰਦੇ ਹੋ। ਨਿਯਮ ਸੱਚਮੁੱਚ ਆਦਰਸ਼ ਹੈ।
ਮੋਰਸੀਮੋਫ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਹੋ ਜਿਹੇ ਭਵਿੱਖ ਦਾ ਨਿਰਮਾਣ ਕਰ ਰਹੇ ਹੋ ਜਿਹੜਾ ਤੁਹਾਡੀਆਂ ਇੱਛਾਵਾਂ ਦੇ ਅਨੁਰੂਪ ਹੈ। ਜੇਕਰ ਤੁਸੀਂ ਮਾੜਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਹੋ ਜਿਹੇ ਭਵਿੱਖ ਦਾ ਨਿਰਮਾਣ ਕਰ ਰਹੇ ਹੋ ਜਿਹੜਾ ਤੁਹਾਡੀਆਂ ਆਸਾਂ ਦੇ ਵਿਪਰੀਤ ਹੈ। ਆਕਰਸ਼ਣ ਦਾ ਨਿਯਮ ਹਰ ਦਿਨ ਹਰ ਪਲ ਕੰਮ ਕਰ ਰਿਹਾ ਹੈ। ਅਸੀਂ ਜੋ ਕੁਝ ਵੀ ਸੋਚਦੇ ਹਾਂ ਅਤੇ ਮਹਿਸੂਸ ਕਰਦੇ ਹਾਂ ਉਹ ਸਾਡੇ ਭਵਿੱਖ ਦਾ ਨਿਰਮਾਣ ਕਰਦਾ ਹੈ। ਜੇਕਰ ਤੁਸੀਂ ਫਿਕਰਮੰਦ ਜਾਂ ਡਰੇ ਹੋਏ ਹੋ ਤਾਂ ਤੁਸੀਂ ਆਪਣੇ ਜੀਵਨ 'ਚ ਇਹੋ ਜਿਹੀਆਂ ਘਟਨਾਵਾਂ ਨੂੰ ਸੱਦਾ ਦੇ ਰਹੇ ਹੋ ਜਿਹੜੀਆਂ ਤੁਹਾਨੂੰ ਚਿੰਤਤ ਜਾਂ ਡਰਾਉਣ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ, ਤੁਸੀਂ ਸਹੀ ਰਾਹ ਤੇ ਹੋ ਅਤੇ ਇੱਕ ਸ਼ਸ਼ਕਤ ਫ੍ਰੀਕੁਐਂਸੀ ਭੇਜ ਰਹੇ ਹੋ ਜਿਹੜੀ ਤੁਹਾਡੇ ਵੱਲ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰ ਰਹੀ ਹੈ, ਜਿਸ ਨਾਲ ਤੁਸੀਂ ਚੰਗਾ ਮਹਿਸੂਸ ਕਰੋਗੇ। ਜਦੋਂ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਉਹਨਾਂ ਘੜੀਆਂ ਨੂੰ ਜੱਫੀ ਪਾ ਲਓ ਅਤੇ ਉਹਨਾਂ ਦਾ ਦਹਨ ਕਰੋ। ਇਹ ਜਾਣ ਲਓ ਕਿ ਚੰਗਾ ਮਹਿਸੂਸ ਕਰਨ ਵੇਲੇ ਤੁਸੀਂ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਪ੍ਰਬਲਤਾ ਨਾਲ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਆਓ ਹੁਣ ਇੱਕ ਕਦਮ ਅੱਗੇ ਚੱਲੀਏ। ਕਿਤੇ ਇੰਜ ਤਾਂ ਨਹੀਂ ਹੈ ਕਿ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਸੰਦੇਸ਼ ਦੇ ਰਿਹਾ ਹੋਵੇ ਕਿ ਤੁਸੀਂ ਕੀ ਸੋਚ ਰਹੇ ਹੋ। ਜੈਕ ਕੈਨਫੀਲਡ। ਸਾਡੀਆਂ ਭਾਵਨਾਵਾਂ ਸਾਨੂੰ ਇਸ ਗੱਲ ਦਾ ਫੀਡਬੈਕ ਦਿੰਦੀਆਂ ਹਨ ਕਿ ਅਸੀਂ ਸਹੀ ਰਾਹ ਤੇ ਜਾ ਰਹੇ ਹਾਂ ਜਾਂ ਨਹੀਂ, ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ ਜਾਂ ਨਹੀਂ। ਯਾਦ ਰੱਖੋ, ਤੁਹਾਡੇ ਵਿਚਾਰ ਹਰ ਚੀਜ਼ ਦਾ ਮੁੱਢਲਾ ਕਾਰਨ ਹੈ। ਇਸ ਲਈ ਜਦੋਂ ਤੁਸੀਂ ਕਿਸੇ ਵਿਚਾਰ ਨੂੰ ਲਗਾਤਾਰ ਸੋਚਦੇ ਹੋ ਤਾਂ ਉਹ ਤੁਰੰਤ ਬ੍ਰਹਿਮੰਡ 'ਚ ਪੁੱਜ ਜਾਂਦਾ ਹੈ। ਉਹ ਵਿਚਾਰ ਚੁੰਬਕ ਵਾਂਗ ਆਪਣੇ ਸਮਾਨ ਫ੍ਰੀਕੁਐਂਸੀ ਨਾਲ ਜੁੜ ਜਾਂਦਾ ਹੈ ਅਤੇ ਕੁਝ ਹੀ ਘੜੀਆਂ ਅੰਦਰ ਹੀ ਤੁਹਾਡੀਆਂ ਭਾਵਨਾਵਾਂ ਦੁਆਰਾ ਉਸ ਫ੍ਰੀਕੁਐਂਸੀ ਦੀ ਰੀਡਿੰਗ ਤੁਹਾਨੂੰ ਮਿਲ ਜਾਂਦੀ ਹੈ। ਇਸ ਨੂੰ ਦੂਜੇ ਤਰੀਕੇ ਨਾਲ ਕਹੀਏ ਤਾਂ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਦੱਸ ਦਿੰਦਾ ਹੈ ਕਿ ਤੁਸੀਂ ਉਸ ਵੇਲੇ ਕਿਸ ਫ੍ਰੀਕੁਐਂਸੀ ਤੇ ਹੋ। ਤੁਹਾਡੀਆਂ ਭਾਵਨਾਵਾਂ ਤੁਹਾਡਾ ਫ੍ਰੀਕੁਐਂਸੀ ਫੀਡਬੈਕ ਮਕੈਨਿਜ਼ਮ ਹੈ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ ਤੁਸੀਂ ਮਾੜੇ ਵਿਚਾਰ ਸੋਚ ਰਹੇ ਹੋ। ਜੇਕਰ ਤੁਸੀਂ ਇਸ ਵਕਤ ਬੁਰਾ ਮਹਿਸੂਸ ਕਰ ਰਹੇ ਹੋ ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੁਨੇਹਾ ਦਰਅਸਲ ਇਹ ਕਹਿ ਰਿਹਾ ਹੈ, ਖਬਰਦਾਰ, ਆਪਣੇ ਵਿਚਾਰਾਂ ਨੂੰ ਤੁਰੰਤ ਬਦਲੋ। ਨਕਾਰਾਤਮਕ ਫੀਡਬੈਕ ਦਰਜ ਹੋਈ ਹੈ, ਫ੍ਰੀਕੁਐਂਸੀ ਬਦਲੋ। ਪ੍ਰਗਟੀਕਰਨ ਦੀ ਤਿਆਰੀ ਆਰੰਭ ਹੋ ਚੁੱਕੀ ਹੈ, ਖਬਰਦਾਰ। ਅਗਲੀ ਵਾਰ ਜਦੋਂ ਤੁਸੀਂ ਬੁਰਾ ਮਹਿਸੂਸ ਕਰੋ ਜਾਂ ਕੋਈ ਨਕਾਰਾਤਮਕ ਭਾਵ ਮਹਿਸੂਸ ਕਰੋ ਤਾਂ ਬ੍ਰਹਿਮੰਡ ਦੁਆਰਾ ਭੇਜੇ ਗਏ ਸੰਕੇਤਾਂ ਤੇ ਧਿਆਨ ਦਿਓ। ਉਸ ਵੇਲੇ ਤੁਸੀਂ ਨਕਾਰਾਤਮਕ ਫ੍ਰੀਕੁਐਂਸੀ ਤੇ ਹੋ ਅਤੇ ਭਲਾਈ ਦੇ ਰਾਹ 'ਚ ਆਪ ਰੁਕਾਵਟਾਂ ਖੜੀਆਂ ਕਰ ਰਹੇ ਹੋ। ਆਪਣੇ ਵਿਚਾਰਾਂ ਨੂੰ ਬਦਲ ਲਓ ਅਤੇ ਕਿਸੇ ਚੰਗੀ ਚੀਜ਼ ਬਾਰੇ ਸੋਚੋ। ਜੇਕਰ ਤੁਹਾਨੂੰ ਚੰਗਾ ਮਹਿਸੂਸ ਹੋਣ ਲੱਗੇ ਤਾਂ ਤੁਸੀਂ ਜਾਣ ਜਾਵੋਗੇ ਕਿ ਤੁਸੀਂ ਫ੍ਰੀਕੁਐਂਸੀ ਬਦਲ ਕੇ ਨਵੀਂ ਫ੍ਰੀਕੁਐਂਸੀ ਉੱਪਰ ਪਹੁੰਚ ਗਏ ਹੋ ਅਤੇ ਬ੍ਰਹਿਮੰਡ ਨੇ ਬਿਹਤਰ ਭਾਵਨਾਵਾਂ ਪਹੁੰਚਾ ਕੇ ਇਸ ਦੀ ਤਾਈਦ ਕਰ ਦਿੱਤੀ ਹੈ। ਬੌਬ ਡੋਇਲ। ਤੁਹਾਨੂੰ ਠੀਕ ਉਹੀ ਮਿਲ ਰਿਹਾ ਹੈ ਜਿਸ ਬਾਰੇ ਤੁਸੀਂ ਮਹਿਸੂਸ ਕਰ ਰਹੇ ਹੋ, ਉਹ ਨਹੀਂ ਜਿਸ ਬਾਰੇ ਤੁਸੀਂ ਸੋਚ ਰਹੇ ਹੋ। ਇਸ ਲਈ ਘਟਨਾਵਾਂ ਵਾਰ-ਵਾਰ ਹੁੰਦੀਆਂ ਹਨ। ਜੇਕਰ ਸਵੇਰੇ ਬਿਸਤਰੇ ਤੋਂ ਉਤਰਨ ਵੇਲੇ ਕਿਸੇ ਦੇ ਅੰਗੂਠੇ 'ਚ ਸੱਟ ਵੱਜ ਜਾਂਦੀ ਹੈ ਤਾਂ ਸਾਰਾ ਦਿਨ ਇਸੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਉਸ ਵਿਅਕਤੀ ਨੂੰ ਥੋੜਾ ਜਿਹਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਆਪਣੀਆਂ ਭਾਵਨਾਵਾਂ 'ਚ ਥੋੜਾ ਜਿਹਾ ਬਦਲਾਅ ਕਰਕੇ ਉਹ ਆਪਣੇ ਸਾਰੇ ਦਿਨ ਅਤੇ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਜੇਕਰ ਤੁਹਾਡਾ ਦਿਨ ਚੰਗਾ ਸ਼ੁਰੂ ਹੁੰਦਾ ਹੈ ਅਤੇ ਤੁਸੀਂ ਸੁਖਮਈ ਭਾਵਨਾ ਮਹਿਸੂਸ ਕਰਦੇ ਹੋ ਤਾਂ ਜਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਆਪਣਾ ਮੂਡ ਬਦਲਣ ਲਈ ਇਜਾਜ਼ਤ ਨਾ ਦਿਓ, ਉਦੋਂ ਤੱਕ ਤੁਸੀਂ ਆਕਰਸ਼ਣ ਦੇ ਨਿਯਮ ਦੁਆਰਾ ਉਸੇ ਤਰ੍ਹਾਂ ਦੀਆਂ ਹੋਰ ਸਥਿਤੀਆਂ ਲੋਕਾਂ ਨੂੰ ਆਕਰਸ਼ਿਤ ਕਰਦੇ ਰਹੋਗੇ ਜਿਹੜੇ ਉਹਨਾਂ ਸੁਖਮਈ ਭਾਵਨਾਵਾਂ ਨੂੰ ਕਾਇਮ ਰੱਖਣਗੇ। ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇਹੋ ਜਿਹੇ ਦਿਨ ਜਾਂ ਸਮਾਂ ਆਉਣਗੇ ਜਦੋਂ ਇੱਕ ਤੋਂ ਬਾਅਦ ਇੱਕ ਕਈ ਚੀਜ਼ਾਂ ਗੜਬੜ ਹੋਣ, ਭਾਵੇਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੋਵੇ ਜਾਂ ਨਾ। ਇਹ ਲੋੜੀ ਦੀ ਪ੍ਰਤੀਕਿਰਿਆ ਸਿਰਫ ਇੱਕ ਵਿਚਾਰ ਨਾਲ ਆਰੰਭ ਹੋਈ ਸੀ। ਉਸ ਇੱਕ ਮਾੜੇ ਵਿਚਾਰ ਨੇ ਦੂਜੇ ਮਾੜੇ ਵਿਚਾਰਾਂ ਨੂੰ ਆਕਰਸ਼ਿਤ ਕੀਤਾ, ਫ੍ਰੀਕੁਐਂਸੀ ਦਰਜ ਹੋਈ ਤੇ ਆਖਰਕਾਰ ਕੋਈ ਚੀਜ਼ ਗੜਬੜ ਹੋ ਗਈ। ਫਿਰ ਜਦੋਂ ਤੁਸੀਂ ਉਸ ਗੜਬੜ ਚੀਜ਼ ਤੇ ਮਾੜੀਆਂ ਭਾਵਨਾਵਾਂ ਮਹਿਸੂਸ ਕਰਕੇ ਪ੍ਰਤੀਕਿਰਿਆ ਕੀਤੀ ਤਾਂ ਤੁਸੀਂ ਉਸੇ ਤਰ੍ਹਾਂ ਦੀਆਂ ਹੋਰ ਮਾੜੀਆਂ ਚੀਜ਼ਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਲਿਆ। ਪ੍ਰਤੀਕਿਰਿਆਵਾਂ ਅਕਸਰ ਉਸੇ ਤਰ੍ਹਾਂ ਦੀਆਂ ਜ਼ਿਆਦਾ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ
ਅਤੇ ਲੜੀਬੰਦ ਪ੍ਰਤੀਕਿਰਿਆ ਉਦੋਂ ਤੱਕ ਹੁੰਦੀ ਰਹੇਗੀ ਜਦੋਂ ਤੱਕ ਕਿ ਤੁਸੀਂ ਆਪਣੀ ਇੱਛਾ ਸ਼ਕਤੀ ਨਾਲ ਆਪਣੇ ਵਿਚਾਰ ਬਦਲ ਕੇ ਖੁਦ ਨੂੰ ਉਸ ਫ੍ਰੀਕੁਐਂਸੀ ਤੋਂ ਹਟਾ ਨਾ ਲਓ। ਤੁਸੀਂ ਆਪਣੇ ਵਿਚਾਰ ਬਦਲ ਕੇ ਆਪਣੀ ਮਨਚਾਹੀ ਚੀਜ਼ਾਂ ਦੀ ਦਿਸ਼ਾ 'ਚ ਮੋੜ ਸਕਦੇ ਹੋ। ਤੁਹਾਨੂੰ ਆਪਣੀਆਂ ਭਾਵਨਾਵਾਂ ਤੋਂ ਇਹ ਜਾਣਕਾਰੀ ਮਿਲ ਜਾਵੇਗੀ ਕਿ ਤੁਸੀਂ ਆਪਣੀ ਫ੍ਰੀਕੁਐਂਸੀ ਬਦਲ ਲਈ ਹੈ। ਆਕਰਸ਼ਣ ਦਾ ਨਿਯਮ ਉਸ ਨਵੀਂ ਫ੍ਰੀਕੁਐਂਸੀ ਨੂੰ ਜਕੜ ਲਵੇਗਾ ਅਤੇ ਉਸ ਦੇ ਅਨੁਰੂਪ ਨਵੀਆਂ ਤਸਵੀਰਾਂ ਤੁਹਾਡੀ ਜ਼ਿੰਦਗੀ 'ਚ ਭੇਜ ਦੇਵੇਗਾ। ਹੁਣ ਤੁਸੀਂ ਆਪਣੀਆਂ ਭਾਵਨਾਵਾਂ ਤੋਂ ਫਾਇਦਾ ਚੁੱਕ ਸਕਦੇ ਹੋ ਅਤੇ ਉਹਨਾਂ ਦਾ ਇਸਤੇਮਾਲ ਕਰ ਆਪਣੀ ਮਨਚਾਹੀਆਂ ਚੀਜ਼ਾਂ ਨੂੰ ਹਾਸਿਲ ਕਰ ਸਕਦੇ ਹੋ। ਤੁਸੀਂ ਆਪਣੀ ਮਨਚਾਹੀ ਚੀਜ਼ਾਂ ਦੇ ਵਿਚਾਰਾਂ 'ਚ ਭਾਵਨਾਤਮਕ ਪ੍ਰਬਲਤਾ ਦਾ ਪ੍ਰਯੋਗ ਕਰ ਜ਼ਿਆਦਾ ਸਸ਼ਕਤ ਫ੍ਰੀਕੁਐਂਸੀ ਪ੍ਰਸਾਰਿਤ ਕਰ ਸਕਦੇ ਹੋ ਅਤੇ ਆਪਣੀਆਂ ਭਾਵਨਾਵਾਂ ਤੋਂ ਫਾਇਦਾ ਚੁੱਕ ਸਕਦੇ ਹੋ। ਮਾਈਕਲ ਬਰਨਾਲਡ ਬੈਕਵਿਥ। ਤੁਸੀਂ ਇਸੇ ਵੇਲੇ ਸਿਹਤਮੰਦ ਮਹਿਸੂਸ ਕਰ ਸਕਦੇ ਹੋ, ਤੁਸੀਂ ਸਮਰਿੱਧ ਮਹਿਸੂਸ ਕਰ ਸਕਦੇ ਹੋ, ਤੁਸੀਂ ਆਪਣੇ ਚਾਰੇ ਪਾਸੇ ਪ੍ਰੇਮ ਮਹਿਸੂਸ ਕਰ ਸਕਦੇ ਹੋ, ਭਲੇ ਹੀ ਉਹ ਤੁਹਾਡੇ ਜੀਵਨ 'ਚ ਨਾ ਹੋਣ। ਸਿੱਟਾ ਇਹ ਹੋਵੇਗਾ ਕਿ ਬ੍ਰਹਿਮੰਡ ਤੁਹਾਡੇ ਅਹਿਸਾਸ ਦੀ ਪ੍ਰਕਿਰਤੀ ਦੇ ਅਨੁਰੂਪ ਬਣ ਜਾਵੇਗਾ। ਬ੍ਰਹਿਮੰਡ ਤੁਹਾਡੇ ਅੰਦਰੂਨੀ ਭਾਵ ਦੀ ਪ੍ਰਕਿਰਤੀ ਦੇ ਅਨੁਰੂਪ ਬਦਲ ਕੇ ਤੁਹਾਡੇ ਸਾਹਮਣੇ ਪ੍ਰਗਟ ਹੋਵੇਗਾ ਕਿਉਂਕਿ ਤੁਸੀਂ ਉਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ। ਤਾਂ ਤੁਸੀਂ ਇਸ ਵਕਤ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਕੁਝ ਪਲ ਸੋਚੋ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ। ਜੇਕਰ ਤੁਸੀਂ ਉਨਾ ਚੰਗਾ ਮਹਿਸੂਸ ਨਹੀਂ ਕਰਦੇ ਜਿੰਨਾ ਤੁਸੀਂ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰਕੇ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੱਕੋ ਅਤੇ ਉਹਨਾਂ ਤੇ ਧਿਆਨ ਕੇਂਦਰਿਤ ਕਰੋ। ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੱਕਣ ਲਈ ਬੜੀ ਡੂੰਘਾਈ ਨਾਲ ਧਿਆਨ ਕੇਂਦਰਿਤ ਕਰਦੇ ਹੋ ਤਾਂ ਤੁਸੀਂ ਉਹਨਾਂ ਨੂੰ ਪ੍ਰਬਲਤਾ ਨਾਲ ਉੱਪਰ ਚੁੱਕਦੇ ਹੋ। ਇਸ ਦਾ ਇੱਕ ਤਰੀਕਾ ਅੱਖਾਂ ਬੰਦ ਕਰਕੇ ਅੰਦਰਲੀਆਂ ਭਾਵਨਾਵਾਂ ਤੇ ਧਿਆਨ ਕੇਂਦਰਿਤ ਕਰਨਾ ਹੈ ਅਤੇ ਫਿਰ 1 ਮਿੰਟ ਤੱਕ ਮੁਸਕਰਾਓ। ਲੀਸਾ ਨਿਕੋਲਸ। ਤੁਹਾਡੇ ਵਿਚਾਰ ਤੇ ਭਾਵਨਾਵਾਂ ਤੁਹਾਡੇ ਜੀਵਨ ਦਾ ਨਿਰਮਾਣ ਕਰਦੀਆਂ ਹਨ। ਇਹ ਹਮੇਸ਼ਾ ਇਸੇ ਤਰੀਕੇ ਨਾਲ ਹੁੰਦਾ ਹੈ ਅਤੇ ਹੁੰਦਾ ਰਹੇਗਾ, ਪੱਕੀ ਗਾਰੰਟੀ ਹੈ। ਗੁਰਤਾ ਦੇ ਨਿਯਮ ਵਾਂਗ ਹੀ ਆਕਰਸ਼ਣ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿ ਗੁਰਤਾ ਦੇ ਨਿਯਮ 'ਚ ਚੁੱਕ ਹੋਣ ਦੇ ਕਾਰਨ ਤੁਸੀਂ ਸੂਰਾਂ ਨੂੰ ਉੱਡਦਾ ਵੇਖਿਆ ਹੋਵੇ ਕਿਉਂਕਿ ਉਸ ਦਿਨ ਸੂਰ ਤੇ ਗੁਰਤਾ ਦਾ ਨਿਯਮ ਨਹੀਂ ਲਾਗੂ ਹੋ ਪਾਇਆ ਸੀ। ਇਸੇ ਤਰ੍ਹਾਂ ਆਕਰਸ਼ਣ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਜੇਕਰ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਆਉਂਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਲੰਮੇ ਸਮੇਂ ਤੱਕ ਉਸ ਦੇ ਬਾਰੇ ਸੋਚ ਕੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਆਕਰਸ਼ਣ ਦਾ ਨਿਯਮ ਦਰੁਸਤ ਹੈ। ਮਾਈਕਲ ਬਰਨਾਲਡ ਬੈਕਵਿਥ। ਇਸ ਨੂੰ ਹਜਮ ਕਰ ਪਾਉਣਾ ਔਖਾ ਹੈ, ਲੇਕਿਨ ਜਦੋਂ ਅਸੀਂ ਇਸ ਵਿਚਾਰ ਨੂੰ ਸਵੀਕਾਰ ਕਰਨ ਲੱਗਦੇ ਹਾਂ ਤਾਂ ਇਸ ਦੇ ਪ੍ਰਭਾਵ ਜ਼ਬਰਦਸਤ ਹੁੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਪੁਰਾਣੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਭਾਵੇਂ ਜੋ ਕੀਤਾ ਹੋਵੇ, ਲੇਕਿਨ ਜਾਗਰੂਕਤਾ ਨੂੰ ਬਦਲ ਕੇ ਤੁਸੀਂ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ। ਤੁਹਾਡੇ ਕੋਲ ਹਰ ਚੀਜ਼ ਨੂੰ ਬਦਲਣ ਦੀ ਸ਼ਕਤੀ ਹੈ ਕਿਉਂਕਿ ਤੁਸੀਂ ਹੀ ਆਪਣੇ ਵਿਚਾਰਾਂ ਨੂੰ ਚੁਣਦੇ ਹੋ। ਤੁਸੀਂ ਹੀ ਆਪਣੀਆਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹੋ। ਤੁਸੀਂ ਰਾਹ 'ਚ ਚੱਲਦੇ ਆਪਣੇ ਬ੍ਰਹਿਮੰਡ ਦਾ ਨਿਰਮਾਣ ਆਪ ਕਰਦੇ ਹੋ। ਡਾਕਟਰ ਜੋ ਵਿਟਾਲ। ਚੰਗਾ ਮਹਿਸੂਸ ਕਰਨਾ ਸੱਚਮੁੱਚ ਮਹੱਤਵਪੂਰਨ ਹੈ ਕਿਉਂਕਿ ਇਹ ਚੰਗੀ ਭਾਵਨਾ ਬ੍ਰਹਿਮੰਡ 'ਚ ਸੰਕੇਤਾਂ ਵਾਂਗ ਹੋ ਜਾਂਦੀ ਹੈ ਅਤੇ ਤੁਹਾਡੇ ਵੱਲ ਉਸੇ ਵਰਗੀ ਜ਼ਿਆਦਾ ਚੀਜ਼ਾਂ ਨੂੰ ਆਕਰਸ਼ਿਤ ਕਰਨ ਲੱਗਦੀ ਹੈ। ਇਸ ਦੇ ਲਈ ਤੁਸੀਂ ਜਿੰਨਾ ਜ਼ਿਆਦਾ ਚੰਗਾ ਮਹਿਸੂਸ ਕਰੋਗੇ ਤੁਹਾਡੇ ਵੱਲ ਉਨੀ ਹੀ ਜ਼ਿਆਦਾ ਚੰਗੀਆਂ ਚੀਜ਼ਾਂ ਆਕਰਸ਼ਿਤ ਹੋਣਗੀਆਂ ਜਿਹੜੀਆਂ ਤੁਹਾਨੂੰ ਚੰਗਾ ਮਹਿਸੂਸ ਕਰਾਉਣਗੀਆਂ ਤੇ ਲਗਾਤਾਰ ਜ਼ਿਆਦਾ ਉੱਪਰ ਪਹੁੰਚਾਉਣਗੀਆਂ। ਬੌਬ ਪ੍ਰੋਕਟਰ। ਜੇਕਰ ਤੁਸੀਂ ਨਿਰਾਸ਼ਾ ਮਹਿਸੂਸ ਕਰ ਰਹੇ ਹੋ ਤਾਂ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇਸੇ ਘੜੀ ਨੂੰ ਬਦਲ ਸਕਦੇ ਹੋ? ਵਧੀਆ ਜਿਹਾ ਗੀਤ ਲਾ ਲਓ ਜਾਂ ਗਾਉਣ ਲੱਗੋ। ਇਸ ਨਾਲ ਤੁਹਾਡੇ ਭਾਵ ਬਦਲ ਜਾਣਗੇ। ਜਾਂ ਕਿਸੇ ਸੋਹਣੀ ਚੀਜ਼ ਬਾਰੇ ਸੋਚੋ, ਬੱਚੇ ਜਾਂ ਕਿਸੇ ਇਹੋ ਜਿਹੇ ਵਿਅਕਤੀ ਬਾਰੇ ਸੋਚੋ ਜਿਸ ਨਾਲ ਤੁਸੀਂ ਸੱਚਾ ਪਿਆਰ ਕਰਦੇ ਹੋ ਅਤੇ ਉਸੇ ਤੇ ਧਿਆਨ ਕੇਂਦਰਿਤ ਰੱਖੋ। ਉਸ ਵਿਚਾਰ ਨੂੰ ਸੱਚੀ ਹੀ ਆਪਣੇ ਦਿਮਾਗ 'ਚ ਰੱਖ ਲਓ। ਉਸ ਵਿਚਾਰ ਨੂੰ ਛੱਡ ਕੇ ਕਿਸੇ ਦੂਜੀ ਚੀਜ਼ ਨੂੰ ਦਿਮਾਗ 'ਚ ਆਉਣ ਹੀ ਨਾ ਦਿਓ। ਮੈਂ ਗਾਰੰਟੀ ਦਿੰਦਾ ਹਾਂ ਕਿ ਤੁਸੀਂ ਵਧੀਆ ਮਹਿਸੂਸ ਕਰਨ ਲੱਗੋਗੇ। ਆਪਣੇ ਕੋਲ ਕੁਝ ਹਟਵੇਂ ਭਾਵਾਂ ਦੀ ਸੂਚੀ ਤਿਆਰ ਰੱਖੋ। ਹਟਵੇਂ ਭਾਵਾਂ ਤੋਂ ਮੇਰਾ ਮਤਲਬ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀਆਂ ਇੱਕੋ ਹੀ ਘੜੀ 'ਚ ਤੁਹਾਡੀਆਂ ਭਾਵਨਾਵਾਂ ਨੂੰ ਬਦਲ ਸਕਦੀਆਂ ਹਨ, ਜਿਵੇਂ ਸੁਖਮਈ ਯਾਦਾਂ, ਭਾਵੀ ਘਟਨਾਵਾਂ ਦੀਆਂ ਕਲਪਨਾਵਾਂ, ਮौज ਮਸਤੀ ਦੇ ਪਲ, ਸੋਹਣੇ ਪ੍ਰਕਿਰਤ ਦ੍ਰਿਸ਼, ਕੋਈ ਪਿਆਰਾ ਵਿਅਕਤੀ, ਤੁਹਾਡਾ ਮਨ ਭਾਉਂਦਾ ਸੰਗੀਤ। ਫਿਰ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਗੁੱਸੇ 'ਚ ਹੋ,
ਕੁੰਠਿਤ ਹੋ ਜਾਂ ਚੰਗਾ ਮਹਿਸੂਸ ਨਹੀਂ ਕਰ ਰਹੇ ਤਾਂ ਫੌਰਨ ਆਪਣੀ ਹਟਵੇਂ ਭਾਵਾਂ ਦੀ ਸੂਚੀ ਤੇ ਨਜ਼ਰ ਪਾਓ ਅਤੇ ਉਹਨਾਂ ਚੋਂ ਕਿਸੇ ਇੱਕ ਤੇ ਧਿਆਨ ਕੇਂਦਰਿਤ ਕਰ ਲਓ। ਵੱਖੋ-ਵੱਖ ਮੌਕਿਆਂ ਤੇ ਵੱਖੋ-ਵੱਖ ਚੀਜ਼ਾਂ ਤੁਹਾਡੇ ਭਾਵਾਂ ਨੂੰ ਬਦਲਣਗੀਆਂ। ਇਸ ਲਈ ਜੇਕਰ ਕੋਈ ਚੀਜ਼ ਕੰਮ ਨਾ ਕਰੇ ਤਾਂ ਦੂਜੀ ਨੂੰ ਇਸਤੇਮਾਲ ਕਰੋ। ਆਪਣੀ ਫ੍ਰੀਕੁਐਂਸੀ ਤੇ ਆਪਣੇ ਫੋਕਸ ਬਦਲਣ 'ਚ ਮੁਸ਼ਕਿਲ ਨਾਲ 1 ਜਾਂ 2 ਮਿੰਟ ਦਾ ਸਮਾਂ ਲੱਗਦਾ ਹੈ। ਪ੍ਰੇਮ ਮਹਾਨਤਮ ਭਾਵ। ਜੇਮਸ ਰੇ ਦਾਰਸ਼ਨਿਕ, ਵਕਤਾ, ਲੇਖਕ ਤੇ ਸਮਰਿੱਧੀ ਅਤੇ ਮਾਨਵੀ ਸਮਰੱਥਾ ਪ੍ਰੋਗਰਾਮਾਂ ਦੇ ਨਿਰਮਾਤਾ। ਚੰਗਾ ਮਹਿਸੂਸ ਕਰਨ ਦਾ ਸਿਧਾਂਤ ਪਰਿਵਾਰ ਦੇ ਪਾਲਤੂ ਜਾਨਵਰਾਂ ਤੇ ਵੀ ਲਾਗੂ ਹੁੰਦਾ ਹੈ। ਪਸ਼ੂ ਅਦਭੁਤ ਹਨ ਕਿਉਂਕਿ ਉਹਨਾਂ ਦੇ ਕਾਰਨ ਤੁਸੀਂ ਬੜੀ ਵਧੀਆ ਭਾਵਨਾਤਮਕ ਸਥਿਤੀ ਵਿੱਚ ਰਹਿੰਦੇ ਹੋ। ਜਦੋਂ ਤੁਸੀਂ ਆਪਣੇ ਪਾਲਤੂ ਪਸ਼ੂਆਂ ਪ੍ਰਤੀ ਪ੍ਰੇਮ ਮਹਿਸੂਸ ਕਰਦੇ ਹੋ ਤਾਂ ਪ੍ਰੇਮ ਦੀ ਉਹ ਮਹਾਨ ਅਵਸਥਾ ਤੁਹਾਡੇ ਜੀਵਨ 'ਚ ਚੰਗੀਆਂ ਚੀਜ਼ਾਂ ਲਿਆਵੇਗੀ। ਇਹ ਕਿੰਨਾ ਚੰਗਾ ਤੋਹਫਾ ਹੈ। ਵਿਚਾਰ ਤੇ ਪ੍ਰੇਮ ਦਾ ਸੁਮੇਲ ਆਕਰਸ਼ਣ ਦੇ ਨਿਯਮ ਨੂੰ ਬੇਹੱਦ ਸ਼ਕਤੀਸ਼ਾਲੀ ਬਣਾ ਦਿੰਦਾ ਹੈ। ਪ੍ਰੇਮ ਬ੍ਰਹਿਮੰਡ ਦੀ ਸਭ ਤੋਂ ਵੱਡੀ ਸ਼ਕਤੀ ਹੈ। ਪ੍ਰੇਮ ਦਾ ਭਾਵ ਉਹ ਸਰਵ ਉੱਚ ਫ੍ਰੀਕੁਐਂਸੀ ਹੈ ਜਿਸ ਨੂੰ ਤੁਸੀਂ ਸੰਚਾਰਿਤ ਕਰ ਰਹੇ ਹੋ। ਜੇਕਰ ਤੁਸੀਂ ਆਪਣੇ ਹਰ ਵਿਚਾਰ ਨੂੰ ਪ੍ਰੇਮ ਨਾਲ ਸਰਸਾਰ ਕਰ ਸਕੋ, ਜੇਕਰ ਤੁਸੀਂ ਹਰ ਵਸਤੂ ਤੇ ਵਿਅਕਤੀ ਨਾਲ ਪ੍ਰੇਮ ਕਰ ਸਕੋ ਤਾਂ ਤੁਹਾਡੇ ਜੀਵਨ ਦਾ ਕਾਇਆ ਕਲਪ ਹੋ ਜਾਵੇਗਾ। ਦਰਅਸਲ ਅਤੀਤ ਦੇ ਕੁਝ ਮਹਾਨ ਚਿੰਤਕਾਂ ਨੇ ਆਕਰਸ਼ਣ ਦੇ ਨਿਯਮ ਵੱਲ ਇਸ਼ਾਰਾ ਕਰਦਿਆਂ ਇਸ ਨੂੰ ਪ੍ਰੇਮ ਦਾ ਨਿਯਮ ਕਿਹਾ ਸੀ। ਸੋਚਣ ਤੇ ਤੁਹਾਨੂੰ ਸਮਝ ਵਿੱਚ ਆ ਜਾਵੇਗਾ ਕਿ ਉਹਨਾਂ ਇਸ ਤਰ੍ਹਾਂ ਕਿਉਂ ਕੀਤਾ। ਜੇਕਰ ਤੁਸੀਂ ਕਿਸੇ ਬਾਰੇ ਮਾੜਾ ਸੋਚਦੇ ਹੋ ਤਾਂ ਉਹ ਮਾੜੇ ਵਿਚਾਰ ਤੁਹਾਡੇ ਜੀਵਨ 'ਚ ਬਤੌਰ ਮਾੜੀਆਂ ਤਸਵੀਰਾਂ ਪ੍ਰਗਟ ਹੋਣਗੇ। ਤੁਸੀਂ ਆਪਣੇ ਮਾੜੇ ਵਿਚਾਰਾਂ ਨਾਲ ਕਿਸੇ ਦੂਜੇ ਦਾ ਨਹੀਂ ਸਗੋਂ ਆਪਣਾ ਨੁਕਸਾਨ ਕਰ ਸਕਦੇ ਹੋ। ਜੇਕਰ ਤੁਸੀਂ ਪ੍ਰੇਮ ਦੇ ਵਿਚਾਰ ਸੋਚਦੇ ਹੋ ਤਾਂ ਅੰਦਾਜ਼ਾ ਲਾਓ ਇਸ ਨਾਲ ਕਿਸ ਨੂੰ ਫਾਇਦਾ ਹੋਵੇਗਾ, ਤੁਹਾਨੂੰ। ਇਸ ਲਈ ਜੇਕਰ ਤੁਹਾਡੀ ਪ੍ਰਮੁੱਖ ਭਾਵਨਾਤਮਕ ਅਵਸਥਾ ਪ੍ਰੇਮ ਦੀ ਹੈ ਤਾਂ ਆਕਰਸ਼ਣ ਜਾਂ ਪ੍ਰੇਮ ਦਾ ਨਿਯਮ ਸਭ ਤੋਂ ਪ੍ਰਬਲ ਸ਼ਕਤੀ ਨਾਲ ਪ੍ਰਤੀਕਿਰਿਆ ਕਰਦਾ ਹੈ ਕਿਉਂਕਿ ਤੁਸੀਂ ਸਭ ਤੋਂ ਉੱਚੀ ਫ੍ਰੀਕੁਐਂਸੀ ਤੇ ਹੋ। ਤੁਸੀਂ ਜਿੰਨਾ ਜ਼ਿਆਦਾ ਪ੍ਰੇਮ ਮਹਿਸੂਸ ਅਤੇ ਸੰਚਾਰਿਤ ਕਰੋਗੇ ਉਨਾ ਹੀ ਜ਼ਿਆਦਾ ਸ਼ਕਤੀ ਦਾ ਦੋਹਨ ਕਰੋਗੇ। ਜਿਹੜੇ ਸਿਧਾਂਤ ਵਿਚਾਰ ਨੂੰ ਇਸ ਦੀ ਵਸਤੂ ਨਾਲ ਜੋੜਦੇ ਅਤੇ ਇਸ ਤਰ੍ਹਾਂ ਦੀ ਮਾਨਵੀ ਵਿਪੱਤੀ ਤੇ ਜਿੱਤ ਪਾਉਣ ਦੀ ਪ੍ਰਬਲ ਸ਼ਕਤੀ ਦਿੰਦੇ ਹਨ ਉਹ ਆਕਰਸ਼ਣ ਦਾ ਨਿਯਮ ਹੈ। ਇਹ ਇੱਕ ਪ੍ਰਮੁੱਖ ਤੇ ਬੁਨਿਆਦੀ ਸਿਧਾਂਤ ਹੈ ਜਿਹੜਾ ਹਰ ਵਸਤੂ, ਹਰ ਦ੍ਰਿਸ਼, ਹਰ ਧਰਮ ਤੇ ਹਰ ਵਿਗਿਆਨ 'ਚ ਸ਼ਾਮਿਲ ਹੈ। ਪ੍ਰੇਮ ਦੇ ਨਿਯਮ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਵਨਾ ਇੱਛਾ ਹੈ ਅਤੇ ਇੱਛਾ ਪ੍ਰੇਮ। ਪ੍ਰੇਮ ਨਾਲ ਸਰਸ਼ਾਰ ਵਿਚਾਰ ਅਜਿੱਤ ਬਣ ਜਾਂਦੇ ਹਨ। ਚਾਰਲਸ ਹਨੇਲ। ਮੌਰਸੀ ਸ਼ਿਮੋਫ। ਜਦੋਂ ਤੁਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਮਝਣ ਅਤੇ ਉਹਨਾਂ ਤੇ ਸੱਚਮੁੱਚ ਕੰਟਰੋਲ ਰੱਖਣ ਲੱਗਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਆਪਣੀ ਵਾਸਤਵਿਕਤਾ ਦਾ ਨਿਰਮਾਣ ਕਿਵੇਂ ਕਰਦੇ ਹੋ। ਇਹੀ ਤੁਹਾਡੀ ਸੁਤੰਤਰਤਾ ਹੈ, ਇਹੀ ਤੁਹਾਡੀ ਸਮੁੱਚੀ ਸ਼ਕਤੀ ਹੈ। ਮਾਰਸੀ ਸ਼ਿਮੋਫ ਨੇ ਮਹਾਨ ਐਲਬਰਟ ਆਇਨਸਟਾਈਨ ਦਾ ਇੱਕ ਅਦਭੁਤ ਵਾਕ ਦੁਹਰਾਇਆ ਹੈ। ਕੋਈ ਇਨਸਾਨ ਆਪਣੇ ਆਪ ਤੋਂ ਸਭ ਤੋਂ ਮਹੱਤਵਪੂਰਨ ਸਵਾਲ ਇਹ ਪੁੱਛ ਸਕਦਾ ਹੈ ਕਿ ਇਹ ਬ੍ਰਹਿਮੰਡ ਮਿੱਤਰਤਾਪੂਰਨ ਹੈ। ਆਕਰਸ਼ਣ ਦੇ ਨਿਯਮ ਨੂੰ ਜਾਣਨ ਤੋਂ ਬਾਅਦ ਇਸ ਦਾ ਇਕੱਲਾ ਜਵਾਬ ਇਹੀ ਹੈ, ਹਾਂ, ਬ੍ਰਹਿਮੰਡ ਮਿੱਤਰਤਾਪੂਰਨ ਹੈ। ਕਿਉਂ? ਕਿਉਂਕਿ ਜਦੋਂ ਤੁਸੀਂ ਇਹ ਜਵਾਬ ਦਿੰਦੇ ਹੋ ਤਾਂ ਆਕਰਸ਼ਣ ਦੇ ਨਿਯਮ ਦੁਆਰਾ ਤੁਹਾਨੂੰ ਇਹੀ ਅਨੁਭਵ ਹੋਵੇਗਾ। ਆਇਨਸਟਾਈਨ ਨੇ ਇਹ ਸ਼ਸ਼ਕਤ ਸਵਾਲ ਇਸ ਲਈ ਪੁੱਛਿਆ ਸੀ ਕਿਉਂਕਿ ਉਹ ਰਹੱਸ ਜਾਣਦੇ ਸਨ। ਉਹ ਜਾਣਦੇ ਸਨ ਕਿ ਇਸ ਸਵਾਲ ਕਾਰਨ ਅਸੀਂ ਸੋਚਣ ਅਤੇ ਵਿਕਲਪ ਚੁਣਨ ਲਈ ਮਜਬੂਰ ਹੋਵਾਂਗੇ। ਉਹਨਾਂ ਨੇ ਸਿਰਫ ਇੱਕ ਸਵਾਲ ਪੁੱਛ ਕੇ ਸਾਨੂੰ ਇੱਕ ਮਹਾਨ ਅਵਸਰ ਦਿੱਤਾ ਸੀ। ਤੁਸੀਂ ਆਇਨਸਟਾਈਨ ਦੇ ਇਰਾਦੇ ਨੂੰ ਹੋਰ ਅੱਗੇ ਤੱਕ ਲੈ ਜਾ ਕੇ ਇਹ ਦ੍ਰਿੜ ਐਲਾਨ ਕਰ ਸਕਦੇ ਹੋ, ਇਹ ਬ੍ਰਹਿਮੰਡ ਸ਼ਾਨਦਾਰ ਹੈ। ਬ੍ਰਹਿਮੰਡ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਮੇਰੇ ਵੱਲ ਲਿਆ ਰਿਹਾ ਹੈ। ਬ੍ਰਹਿਮੰਡ ਹਰ ਚੀਜ਼ 'ਚ ਮੇਰਾ ਸਾਥ ਦੇ ਰਿਹਾ ਹੈ। ਬ੍ਰਹਿਮੰਡ ਮੇਰੀਆਂ ਸਾਰੀਆਂ ਜ਼ਰੂਰਤਾਂ ਨੂੰ ਤੁਰੰਤ ਪੂਰਾ ਕਰ ਰਿਹਾ ਹੈ। ਜਾਣ ਲਓ, ਬ੍ਰਹਿਮੰਡ ਮਿੱਤਰਤਾਪੂਰਨ ਹੈ। ਜੈਕ ਕੈਨਫੀਲਡ। ਜਦੋਂ ਤੋਂ ਮੈਂ ਰਹੱਸ ਸਿੱਖਿਆ ਹੈ ਅਤੇ ਆਪਣੇ ਜੀਵਨ 'ਚ ਢਾਲਿਆ ਹੈ, ਮੇਰੀ ਜ਼ਿੰਦਗੀ ਜਿਵੇਂ ਜਾਦੂ ਨਾਲ ਬਦਲ ਗਈ ਹੋਵੇ। ਜਿਸ ਤਰ੍ਹਾਂ ਜ਼ਿੰਦਗੀ ਦੇ ਲੋਕ ਸੁਪਨੇ ਦੇਖਦੇ ਹਨ, ਸ਼ਾਇਦ ਮੈਂ ਉਸ ਨੂੰ ਹਰ ਦਿਨ ਜਿਉਂਦਾ ਹਾਂ। ਮੈਂ 45 ਲੱਖ ਡਾਲਰ ਦੇ ਮਹਿਲ 'ਚ ਰਹਿੰਦਾ ਹਾਂ। ਮੇਰੇ ਕੋਲ ਇੰਨੀ ਬਿਹਤਰੀਨ ਪਤਨੀ ਹੈ ਜਿਸ ਲਈ ਲੋਕ ਆਪਣੀ ਜਾਨ ਤੱਕ ਦੇ ਸਕਦੇ ਹਨ। ਮੈਂ ਦੁਨੀਆ ਦੀ ਸ਼ਾਨਦਾਰ ਥਾਵਾਂ ਤੇ ਛੁੱਟੀਆਂ ਮਨਾਉਣ ਜਾਂਦਾ ਹਾਂ। ਮੈਂ ਪਹਾੜਾਂ ਤੇ ਚੜ੍ਹ ਚੁੱਕਿਆ ਹਾਂ। ਮੈਂ ਖੋਜੀ ਯਾਤਰਾਵਾਂ ਕਰ ਚੁੱਕਿਆ ਹਾਂ। ਮੈਂ ਸਫਾਰੀ ਯਾਤਰਾਵਾਂ ਕੀਤੀਆਂ ਹਨ। ਇਹ ਸਾਰਾ ਕੁਝ ਇਸੇ ਲਈ ਹੋਇਆ ਤੇ ਅੱਜ ਵੀ ਹੋ ਰਿਹਾ ਹੈ ਕਿਉਂਕਿ ਮੈਂ ਰਹੱਸ ਤੇ ਅਮਲ ਕਰਨ ਦਾ ਤਰੀਕਾ ਜਾਣਦਾ ਸੀ। ਬੌਬ ਪ੍ਰੋਕਟਰ।
ਜਦੋਂ ਤੁਸੀਂ ਰਹੱਸ ਦਾ ਪ੍ਰਯੋਗ ਕਰਨ ਲੱਗੋਗੇ ਤਾਂ ਜ਼ਿੰਦਗੀ ਸੱਚਮੁੱਚ ਜ਼ਬਰਦਸਤ ਬਣ ਸਕਦੀ ਹੈ ਤੇ ਇਸ ਨੂੰ ਬਣਨਾ ਚਾਹੀਦਾ ਹੈ ਅਤੇ ਇਹ ਜ਼ਰੂਰ ਬਣੇਗੀ। ਇਹ ਤੁਹਾਡੀ ਜ਼ਿੰਦਗੀ ਹੈ ਅਤੇ ਇਹ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਇਸ ਨੂੰ ਖੋਜੋ। ਹੋ ਸਕਦਾ ਹੈ ਹੁਣ ਤਾਈਂ ਤੁਸੀਂ ਇਹ ਸੋਚ ਰਹੇ ਹੋ ਕਿ ਜ਼ਿੰਦਗੀ ਮੁਸ਼ਕਿਲ ਅਤੇ ਸੰਘਰਸ਼ਪੂਰਨ ਹੈ, ਇਸ ਲਈ ਆਕਰਸ਼ਣ ਦੇ ਨਿਯਮ ਦੇ ਕਾਰਨ ਤੁਹਾਨੂੰ ਜ਼ਿੰਦਗੀ ਮੁਸ਼ਕਿਲ ਅਤੇ ਸੰਘਰਸ਼ਪੂਰਨ ਲੱਗੀ ਹੋਵੇਗੀ। ਇਸੇ ਸਮੇਂ ਕੂਕ ਕੇ ਬ੍ਰਹਿਮੰਡ ਨੂੰ ਕਹੋ, ਜ਼ਿੰਦਗੀ ਬੜੀ ਸੌਖੀ ਹੈ, ਜ਼ਿੰਦਗੀ ਬੜੀ ਚੰਗੀ ਹੈ, ਹਰ ਚੰਗੀ ਚੀਜ਼ ਮੇਰੇ ਵੱਲ ਆ ਰਹੀ ਹੈ। ਤੁਹਾਡੇ ਅੰਦਰ ਡੂੰਘਾਈ 'ਚ ਇੱਕ ਸੱਚਾਈ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਉਸ ਨੂੰ ਖੋਜੋ। ਇਹ ਸੱਚਾਈ ਇਹ ਹੈ, ਤੁਸੀਂ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਦੇ ਹੱਕਦਾਰ ਹੋ ਜੋ ਜ਼ਿੰਦਗੀ ਇਨਸਾਨ ਨੂੰ ਦੇ ਸਕਦੀ ਹੈ। ਤੁਸੀਂ ਇਹ ਗੱਲ ਮਨ ਹੀ ਮਨ ਜਾਣਦੇ ਹੋ ਕਿਉਂਕਿ ਚੰਗੀਆਂ ਚੀਜ਼ਾਂ ਦੀ ਘਾਟ ਹੋਣ ਤੇ ਤੁਸੀਂ ਬਹੁਤ ਮਾੜਾ ਮਹਿਸੂਸ ਕਰਦੇ ਹੋ। ਸਾਰੀਆਂ ਚੰਗੀਆਂ ਚੀਜ਼ਾਂ ਤੁਹਾਡਾ ਵਿਰਾਸਤੀ ਅਧਿਕਾਰ ਹਨ। ਤੁਸੀਂ ਆਪਣੇ ਜੀਵਨ ਦੇ ਸਿਰਜਣਕ ਹੋ ਅਤੇ ਆਕਰਸ਼ਣ ਦਾ ਨਿਯਮ ਤੁਹਾਡਾ ਸ਼ਾਨਦਾਰ ਸੰਦ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੇ ਜੀਵਨ ਨੂੰ ਮਨ ਭਾਉਂਦਾ ਆਕਾਰ ਦੇ ਸਕਦੇ ਹੋ। ਜਾਦੂਈ ਜੀਵਨ ਦੇ ਸੰਸਾਰ 'ਚ ਤੁਹਾਡਾ ਸਵਾਗਤ ਹੈ। ਤੁਹਾਡੇ ਸਮਰਿੱਧ ਸਰੂਪ 'ਚ ਤੁਹਾਡਾ ਸਵਾਗਤ ਹੈ। ਰਹੱਸ ਸੰਖੇਪ। ਆਕਰਸ਼ਣ ਦਾ ਨਿਯਮ ਪ੍ਰਕਿਰਤੀ ਦਾ ਨਿਯਮ ਹੈ। ਗੁਰਤਾ ਦੇ ਨਿਯਮ ਵਾਂਗ ਇਹ ਵੀ ਨਿਰਪੱਖ ਹੈ। ਜਦੋਂ ਤੱਕ ਤੁਸੀਂ ਲਗਾਤਾਰ ਵਿਚਾਰ ਕਰਕੇ ਕਿਸੇ ਚੀਜ਼ ਨੂੰ ਤਲਬ ਨਾ ਕਰੋ, ਉਦੋਂ ਤੱਕ ਕੋਈ ਵੀ ਚੀਜ਼ ਤੁਹਾਡੀ ਜ਼ਿੰਦਗੀ 'ਚ ਨਹੀਂ ਆ ਸਕਦੀ। ਤੁਸੀਂ ਕੀ ਸੋਚ ਰਹੇ ਹੋ? ਇਹ ਜਾਣਨ ਲਈ ਆਪਣੇ ਆਪ ਤੋਂ ਸਵਾਲ ਪੁੱਛੋ ਕਿ ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ। ਭਾਵਨਾਵਾਂ ਬਹੁਮੁੱਲੇ ਸਾਧਨ ਹਨ। ਉਹ ਤੁਰੰਤ ਸਾਨੂੰ ਦੱਸ ਦਿੰਦੀ ਹੈ ਕਿ ਅਸੀਂ ਕੀ ਸੋਚ ਰਹੇ ਹਾਂ। ਮਾੜਾ ਮਹਿਸੂਸ ਕਰਨ ਵੇਲੇ ਚੰਗੇ ਵਿਚਾਰ ਰੱਖਣਾ ਅਸੰਭਵ ਹੈ। ਤੁਹਾਡੇ ਵਿਚਾਰ ਤੁਹਾਡੀ ਫ੍ਰੀਕੁਐਂਸੀ ਤੈਅ ਕਰਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਦੱਸ ਦਿੰਦੀਆਂ ਹਨ ਕਿ ਤੁਸੀਂ ਕਿਸ ਫ੍ਰੀਕੁਐਂਸੀ ਤੇ ਹੋ। ਜਦੋਂ ਤੁਸੀਂ ਬੁਰਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਬੁਰੀ ਚੀਜ਼ਾਂ ਨੂੰ ਆਕਰਸ਼ਿਤ ਕਰਨ ਦੀ ਫ੍ਰੀਕੁਐਂਸੀ ਤੇ ਹੁੰਦੇ ਹੋ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਪ੍ਰਬਲਤਾ ਨਾਲ ਆਪਣੇ ਵੱਲ ਆਕਰਸ਼ਿਤ ਕਰਦੇ ਹੋ। ਹਟਵੇਂ ਭਾਵ ਜਿਵੇਂ ਸੁਖਮਈ ਯਾਦਾਂ, ਸੁੰਦਰ ਪ੍ਰਕਿਰਤਿਕ ਦ੍ਰਿਸ਼ ਜਾਂ ਤੁਹਾਡਾ ਮਨਪਸੰਦ ਸੰਗੀਤ ਤੁਹਾਡੀਆਂ ਭਾਵਨਾਵਾਂ ਨੂੰ ਬਦਲ ਸਕਦਾ ਹੈ ਅਤੇ ਪਲ ਭਰ 'ਚ ਤੁਹਾਡੀ ਫ੍ਰੀਕੁਐਂਸੀ ਬਦਲ ਸਕਦੇ ਹਨ। ਪ੍ਰੇਮ ਦਾ ਭਾਵ ਉਹ ਸਰਵ ਉੱਚ ਫ੍ਰੀਕੁਐਂਸੀ ਹੈ ਜਿਸ ਨੂੰ ਤੁਸੀਂ ਬ੍ਰਹਿਮੰਡ 'ਚ ਭੇਜ ਸਕਦੇ ਹੋ। ਤੁਸੀਂ ਜਿੰਨਾ ਜ਼ਿਆਦਾ ਪ੍ਰੇਮ ਮਹਿਸੂਸ ਅਤੇ ਸੰਚਾਰਿਤ ਕਰਦੇ ਹੋ, ਤੁਹਾਡੀ ਸ਼ਕਤੀ ਉਨੀ ਹੀ ਜ਼ਿਆਦਾ ਹੁੰਦੀ ਹੈ।